Bachan Outlook। सतनाम श्री वाहेगुरु जी। कमेंट सैक्शन दे विच वाहेगुरु टाइप करके फतेह कबूल करो जी। वाहेगुरु जी का खालसा वाहेगुरु जी की फतेह। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 152ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰੂ ਦੇ ਨਾਲ ਮਿਲਾਪ ਕਿਸ ਤਰ੍ਹਾਂ ਸੁਨਿਸ਼ਚਿਤ ਕੀਤਾ ਜਾਏ ਇਸ ਗੱਲ ਦਾ ਜਵਾਬ ਮਿਲੇਗਾ। ਸੋ ਕੋਸ਼ਿਸ਼ ਕਰਿਓ ਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤਾਂ ਕਿ ਗੁਰੂ ਮਿਲਾਪ ਦੇ ਬਾਰੇ ਦੇ ਵਿੱਚ ਮਹੱਤਵਪੂਰਨ ਜੋ ਜਾਣਕਾਰੀ ਹੈ ਤੁਸੀਂ ਹਾਸਲ ਕਰ ਸਕੋ। ਹੁਣ ਸ਼ੁਰੂਆਤ ਕਰਦੇ ਹਾਂ ਜੀ। ਗੌੜੀ ਮਹਿਲਾ ਪਹਿਲਾ। ਪੌਣਾ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧੀ ਕਾ ਖੇਲ। 9 ਦਰਵਾਜੇ 10ਵਾਂ ਦੁਆਰ, ਬੁੱਝਰੇ ਗਿਆਨੀ ਇਹ ਵਿਚਾਰ। ਕਹਿੰਦੇ ਕਿ ਹੇ ਸੂਝਵਾਨ ਮਨੁੱਖ, ਹੇ ਗਿਆਨੀ, ਇਸ ਵਿਚਾਰ ਨੂੰ ਬੁੱਝ, ਇਸ ਗੱਲ ਨੂੰ ਸਮਝ कि पौना पानी अग्नि का मेल, कि ये जो शरीर है हवा पानी अग्नि आदि तत्तां तो मिल के बनया है। चंचल चपल बुद्धि का खेल, ते इस शरीर दे अंदर चंचल तो भाव चौड़ करन वाला, जो कई बच्चों नूं असीं कह दिंदे हां कि बड़ा चंचल है, उस तरह ही साडे मन की भी जे असीं गल करिए तो कह दिंदे हां कि ये मन है जो बड़ा चंचल है, जो कदे टिक के नहीं बैठ सकता। चपल तो भी यही भाव है कि जो कदे टिक के ना बैठ सके। कहते ये जो पानी हवा ते अग आदि तत्तां तो मिल के शरीर बनया है, उस शरीर दे अंदर एक चंचल बुद्धि भी टिकी हुई है जो कि सानू दौड़ भज दे विच पाई रखती है। 9 दरवाजे 10वां द्वार। हुण देखो दरवाजे भी ते द्वार भी वैसे तो इक्को ही गल है। जे असीं फिजिकल रूप दे विच इस गल नूं वेखीए तां इंज लगदा है कि दोनों एक ही चीज़ दे नाम ने। असीं दरवाजे नूं दरवाजा भी कह दिंदे हां, द्वार भी कह दिंदे हां, पर गुरु जी इत्थे समझाउण दी कोशिश कर रहे हैं कि 9 दरवाजे कि साडे शरीर दे जो 9 सुराख हन ਉਹ ਤੇ ਸਾਨੂੰ रस भोगण दे लई मजबूर करदे हन, ਉਹ ਤੇ ਸਾਨੂੰ मनमुखता ਵੱਲ ਲੈ ਕੇ ਜਾਂਦੇ ਹਨ। एक 10वां द्वार जो साडी बुद्धि है, जो साडा दिमाग है, ਉਹੀ है जिहड़ा सानू सोचण दे लई मजबूर करदा है, जिहड़ा सानू ਗਿਆਨਵਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਸੋ ਉਹਨੂੰ ਵਰਤੀਏ ਤੇ ਗਿਆਨੀ ਬਣੀਏ। ਕਥਤਾ ਬਕਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ। ਕਹਿੰਦੇ ਸਾਡੇ ਅੰਦਰ ਕਹਿਣ ਵਾਲਾ ਵੀ, ਬੋਲਣ ਵਾਲਾ ਵੀ ਤੇ ਸੁਣਨ ਵਾਲਾ ਵੀ ਉਹ ਪਰਮਾਤਮਾ ਆਪ ਹੈ, ਤੇ ਆਪ ਵਿਚਾਰੇ ਸੋ ਗਿਆਨੀ ਹੋਈ। ਕਹਿੰਦੇ ਜਿਹੜਾ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ, ਆਪਣੇ ਆਪ ਦੀ ਪੜਤਾਲ ਕਰਦਾ ਹੈ, ਦੂਜਿਆਂ ਵੱਲ ਨਹੀਂ ਝਾਕਦਾ, ਖੁਦ ਦੇ ਅੰਦਰ ਝਾਕਦਾ ਹੈ, ਖੁਦ ਦੇ ਬਾਰੇ 'ਚ ਗੱਲ ਕਰਦਾ ਹੈ, ਆਪਣੇ ਆਪ ਦੇ ਨਾਲ ਵਿਚਾਰ ਕਰਕੇ ਖੁਦ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਉਹੀ ਗਿਆਨੀ ਅਖਵਾਉਂਦਾ ਹੈ। ਦੇਹੀ ਮਾਟੀ ਬੋਲੇ ਪੌਣ, ਬੁੱਝਰੇ ਗਿਆਨੀ ਮੁਆ ਹੈ ਕੌਣ। ਮੁਈ ਸੁਰਤ ਬਾਦ ਅਹੰਕਾਰ, ਉਹ ਨਾ ਮੁਆ ਜੋ ਦੇਖਣ ਹਾਰ। ਦੇਹੀ ਮਾਟੀ ਤੋਂ ਭਾਵ ਸਾਡਾ ਸਰੀਰ, ਜਿਸ ਨੂੰ ਕਿ ਅਕਸਰ ਕਿਹਾ ਜਾਂਦਾ ਹੈ ਕਿ ਇਹ ਜੋ ਸਰੀਰ ਹੈ ਮਿੱਟੀ ਦਾ ਪੁਤਲਾ ਹੈ। ਹਾਲਾਂਕਿ ਸਾਡਾ ਸਰੀਰ ਜੋ ਹੈ ਇਹ ਵੀ ਮੰਨਿਆ ਗਿਆ ਹੈ, ਖਾਸ ਕਰ ਹਿੰਦੂ ਸ਼ਾਸਤਰਾਂ ਦੇ ਅਨੁਸਾਰ, ਕਿ ਸਾਡਾ ਜੋ ਸਰੀਰ ਹੈ 5 ਤੱਤਾਂ ਤੋਂ ਮਿਲ ਕੇ ਬਣਿਆ ਹੈ। ਹਵਾ, ਪਾਣੀ, ਅਗਨੀ, ਮਿੱਟੀ ਤੇ ਆਸਮਾਨ। ਤੇ ਇਸੇ ਲਈ ਹਿੰਦੂ ਧਰਮ ਦੇ ਵਿੱਚ ਤੇ ਸਿੱਖ ਧਰਮ ਦੇ ਵਿੱਚ ਵੀ ਸੰਸਕਾਰ ਕੀਤਾ ਜਾਂਦਾ ਹੈ ਜਦੋਂ ਇਨਸਾਨ ਮਰ ਜਾਂਦਾ ਹੈ, ਇਸ ਮਾਨਤਾ ਦੇ ਆਧਾਰ ਤੇ ਕਿ ਇਸ ਤਰ੍ਹਾਂ ਜੋ 5 ਤੱਤ ਹਨ ਉਹ ਵਾਪਸ ਆਪਣੇ ਆਪ ਦੇ ਵਿੱਚ ਮਿਲ ਜਾਂਦੇ ਹਨ। ਸੰਸਕਾਰ ਤੋਂ ਬਾਅਦ ਸੁਆਹ ਹੋ ਕੇ ਮਿੱਟੀ ਦਾ ਤੱਤ ਮਿੱਟੀ ਦੇ ਵਿੱਚ ਮਿਲ ਜਾਂਦਾ ਹੈ। ਧੂਆਂ ਬਣ ਕੇ ਜੋ ਹਵਾ ਦਾ ਤੇ ਅਸਮਾਨ ਦਾ ਤੱਤ ਹੈ ਉਹ ਹਵਾ ਤੇ ਅਸਮਾਨ ਦੇ ਵਿੱਚ ਰਲ ਜਾਂਦਾ ਹੈ। ਜੋ ਫੁੱਲ ਚੁੱਕ ਕੇ ਪਾਣੀ ਦੇ ਵਿੱਚ ਪਾ ਦਿੱਤੇ ਜਾਂਦੇ ਹਨ ਤਾਂ ਕਿ ਪਾਣੀ ਦਾ ਜੋ ਤੱਤ ਹੈ ਉਹ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਤੇ ਅਗਨੀ ਦੇ ਨਾਲ ਜਲਾਇਆ ਜਾਂਦਾ ਹੈ, ਤਾਂ ਇਸ ਤਰ੍ਹਾਂ ਅਗਨੀ ਵਾਲਾ ਜੋ ਤੱਤ ਹੈ ਉਹ ਅਗਨੀ ਦੇ ਵਿੱਚ ਮਿਲ ਜਾਂਦਾ ਹੈ। ਇਹ ਮਾਨਤਾ ਹੈ। ਸੋ ਗੁਰੂ ਜੀ ਕਹਿੰਦੇ ਕਿ ਦੇਹੀ ਮਾਟੀ ਬੋਲੇ ਪੌਣ, ਕਿ ਜੋ ਸਾਡਾ ਇਹ ਮਿੱਟੀ ਦਾ ਪੁਤਲਾ ਸਰੀਰ ਹੈ ਉਹਦੇ ਵਿੱਚ ਤੇ ਸਵਾਸ ਚੱਲ ਰਿਹਾ ਹੈ।
ਅਸੀਂ ਜਿਉਂਦੇ ਜਾਗਦੇ ਫਿਰਦੇ ਹਾਂ, ਅਸੀਂ ਆਪਣੇ ਆਪ ਨੂੰ ਜਿਉਂਦਾ ਵੇਖ ਸਕਦੇ ਹਾਂ, ਅਸੀਂ ਤਾਂ ਜਿਉਂਦੇ ਹਾਂ। ਫਿਰ ਕਹਿੰਦੇ ਬੁੱਝ ਰੇ ਗਿਆਨੀ ਮੁਆ ਹੈ ਕੌਣ, ਕਿ ਤੂੰ ਗਿਆਨੀ ਹੋ ਗਿਆ ਹੈ, ਤੈਨੂੰ ਗੁਰੂ ਮਿਲ ਗਿਆ ਹੈ, ਤੂੰ ਜਿਉਂਦਾ ਹੈ ਪਰ ਤੇਰੇ ਅੰਦਰ ਮਰਿਆ ਕੀ ਹੈ, ਇਹ ਗੱਲ ਬੁੱਝ। ਸਰੀਰ ਤਾਂ ਤੇਰਾ ਜਿਉਂਦਾ ਹੈ ਪਰ ਮਰਿਆ ਕੀ ਹੈ। ਤੇ ਇਹਦਾ ਜਵਾਬ ਵੀ ਦਿੰਦੇ ਨੇ, ਕਹਿੰਦੇ ਮੋਈ ਸੁਰਤ ਬਾਦ ਅਹੰਕਾਰ। ਸੁਰਤ ਤੋਂ ਭਾਵ ਹੈ ਸਾਡੀ ਉਹ ਸਮਝ ਜੋ ਸਾਨੂੰ ਮਾਇਆ ਦੇ ਨਾਲ ਜੋੜਦੀ ਹੈ, ਜੋ ਸਾਨੂੰ ਮਾਇਆ ਵਾਲੇ ਪਾਸੇ ਨੂੰ ਖਿੱਚਦੀ ਹੈ। ਕਿਉਂਕਿ ਇਸ ਸੰਸਾਰ ਦੇ ਵਿੱਚ ਜਿਹੜਾ ਮਨੁੱਖ ਮਾਇਆ ਵੱਲ ਨੂੰ ਨਹੀਂ ਭੱਜਦਾ, ਖਾਸ ਕਰ ਅੱਜ ਦੇ ਜ਼ਮਾਨੇ ਦੇ ਵਿੱਚ, ਤਾਂ ਉਹਨੂੰ ਮੂਰਖ ਸਮਝਿਆ ਜਾਂਦਾ ਹੈ। ਜਿਹੜਾ ਤਰੱਕੀਆਂ ਵੱਲ ਨੂੰ ਭੱਜਦਾ ਹੈ, ਪੈਸਾ ਇਕੱਠਾ ਕਰਨ ਨੂੰ, ਜਾਇਦਾਦਾਂ ਇਕੱਠੀਆਂ ਕਰਨ ਵੱਲ ਨੂੰ ਭੱਜਦਾ ਹੈ, ਉਹਨੂੰ ਅਸੀਂ ਸਮਝਦਾਰ ਸਮਝਦੇ ਹਾਂ ਕਿ ਇਹਨੇ ਆਪਣੀ ਸੂਝ ਸਮਝ ਦੇ ਨਾਲ ਇੰਨਾ ਸਭ ਕੁਝ ਇਕੱਠਾ ਕਰ ਲਿਆ ਹੈ। ਸੋ ਗੁਰੂ ਜੀ ਕਹਿੰਦੇ ਕਿ ਤੁਹਾਨੂੰ ਜਦੋਂ ਗੁਰੂ ਮਿਲ ਗਿਆ, ਉਹਦੇ ਤੋਂ ਗਿਆਨ ਮਿਲ ਗਿਆ, ਤੁਸੀਂ ਗਿਆਨੀ ਬਣ ਗਏ, ਸਰੀਰ ਤੁਹਾਡਾ ਜਿਉਂਦਾ ਹੈ ਪਰ ਤੁਹਾਡੀ ਸੁਰਤ ਮਰ ਜਾਂਦੀ ਹੈ, ਤੁਹਾਡੀ ਉਹ ਮਾਇਆ ਦੇ ਵੱਲ ਨੂੰ ਖਿੱਚਣ ਵਾਲੀ ਸਮਝ ਮਰ ਜਾਂਦੀ ਹੈ, ਬਾਦ ਮਰ ਜਾਂਦਾ ਹੈ। ਬਾਦ ਤੋਂ ਭਾਵ ਝਗੜਾ। ਕਹਿੰਦੇ ਜਿਹੜਾ ਤੁਹਾਡਾ ਆਪਣੇ ਮਨ ਦੇ ਨਾਲ ਝਗੜਾ ਚੱਲਦਾ ਰਹਿੰਦਾ ਹੈ ਉਹ ਮਰ ਜਾਂਦਾ ਹੈ, ਹੰਕਾਰ ਮਰ ਜਾਂਦਾ ਹੈ ਤੁਹਾਡੇ ਅੰਦਰੋਂ। ਉਹ ਨਾ ਮੁਆ ਜੋ ਦੇਖਣਹਾਰ, ਜੋ ਸਾਨੂੰ ਦਿਖਦਾ ਹੈ ਜਿਉਂਦਾ ਜਾਗਦਾ ਸਰੀਰ, ਉਹ ਨਹੀਂ ਮਰਦਾ। ਸਾਡੇ ਅੰਦਰਲੇ ਵਿਕਾਰ ਮਰ ਜਾਂਦੇ ਨੇ ਜਦੋਂ ਸਾਨੂੰ ਗੁਰੂ ਮਿਲ ਪੈਂਦਾ ਹੈ। ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਕਹਿੰਦੇ ਜਿਹੜੇ ਕਾਰਨਾਂ ਕਰਕੇ, ਜਿਹੜੀ ਚੀਜ਼ ਨੂੰ ਲੱਭਣ ਦੇ ਲਈ ਤੂੰ ਨਦੀਆਂ ਦੇ ਕੰਢਿਆਂ ਤੇ ਤੀਰਥਾਂ ਤੇ ਜਾਂਦਾ ਹੈ, ਤਟ ਤੋਂ ਭਾਵ ਕੰਡਾ, ਜੈ ਕਾਰਨ ਭਾਵ ਕਿ ਜਿਸ ਕਾਰਨ ਲਈ ਤੀਰਥਾਂ ਦੇ ਉੱਤੇ ਜਾਂਦਾ ਹੈ, ਰਤਨ ਪਦਾਰਥ ਘਟ ਹੀ ਮਾਹੀ। ਉਹ ਨਾਮ ਰੂਪੀ ਰਤਨ ਪਦਾਰਥ ਤੇਰੇ ਹਿਰਦੇ ਦੇ ਵਿੱਚ ਹੀ ਮੌਜੂਦ ਹੈ। ਪੜ੍ਹ ਪੜ੍ਹ ਪੰਡਤ ਬਾਦ ਵਖਾਣਾ। ਕਹਿੰਦੇ ਜੋ ਪੰਡਤ ਨੇ ਉਹ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਵਿਚਾਰ ਚਰਚਾ ਕਰਦੇ ਰਹਿੰਦੇ ਨੇ, ਪਰ ਭੀਤਰ ਹੋਦੀ ਵਸਤ ਨਾ ਜਾਣਾ। ਪਰ ਜਿਹੜਾ ਨਾਮ ਪਦਾਰਥ ਉਹਨਾਂ ਦੇ ਅੰਦਰ ਵਸਦਾ ਹੈ ਉਹਦੇ ਬਾਰੇ ਉਹਨਾਂ ਨੂੰ ਗਿਆਨ ਨਹੀਂ ਹੈ, ਉਹਨੂੰ ਉਹ ਨਹੀਂ ਜਾਣਦੇ। ਹਉ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਹਿਆ ਸਮਾਏ। ਹਉ ਤੋਂ ਭਾਵ ਮੈਂ। ਕਹਿੰਦੇ ਮੈਂ ਨਹੀਂ ਮਰਿਆ, ਮੇਰੇ ਅੰਦਰ ਦੀ ਬਲਾ ਮਰ ਗਈ ਹੈ, ਮੇਰੇ ਅੰਦਰ ਦੀ ਅਗਿਆਨਤਾ ਮਰ ਗਈ ਹੈ, ਮੇਰੇ ਅੰਦਰੋਂ ਵਿਕਾਰ ਮਰ ਗਏ ਨੇ। ਉਹ ਨਾ ਮੁਆ ਜੋ ਰਹਿਆ ਸਮਾਏ, ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਰਹਿੰਦਾ ਹੈ। ਇੱਥੇ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ। ਕਹਿੰਦੇ ਉਹ ਨਹੀਂ ਮਰਦਾ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ। ਹੇ ਨਾਨਕ, ਇਹ ਆਖ ਕਿ ਗੁਰੂ ਨੇ ਮੈਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਹਨ। ਮਰਤਾ ਜਾਤਾ ਨਜ਼ਰ ਨਾ ਆਇਆ, ਤੇ ਹੁਣ ਮੈਨੂੰ ਮਰਦਾ ਜੰਮਦਾ ਨਜ਼ਰ ਨਹੀਂ ਆਉਂਦਾ। ਭਾਵ ਕਿ ਹੁਣ ਮੈਨੂੰ ਫਰਕ ਨਹੀਂ ਪੈਂਦਾ ਕਿ ਕੋਈ ਜੰਮਿਆ ਹੈ ਜਾਂ ਮਰਿਆ ਹੈ। ਮੈਨੂੰ ਜੰਮੇ ਦੀ ਖੁਸ਼ੀ ਵੀ ਨਹੀਂ ਹੁੰਦੀ, ਮੈਨੂੰ ਮਰੇ ਦਾ ਦੁੱਖ ਵੀ ਨਹੀਂ ਹੁੰਦਾ। ਮੇਰਾ ਮਨ ਇੱਕ ਐਸੀ ਆਤਮਿਕ ਅਵਸਥਾ 'ਤੇ ਪਹੁੰਚ ਗਿਆ ਹੈ। ਹੁਣ ਇਹਦਾ ਇਹ ਭਾਵ ਨਹੀਂ ਹੈ ਕਿ ਕੋਈ ਸਾਡੇ ਸਾਹਮਣੇ ਮਰ ਰਿਹਾ ਹੈ ਅਤੇ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ। ਉਹ ਸਾਡੇ ਤੋਂ ਮਦਦ ਮੰਗ ਰਿਹਾ ਹੈ ਅਤੇ ਅਸੀਂ ਇਹ ਕਹਿ ਦਈਏ ਕਿ ਤੂੰ ਮਰਦਾ ਹੈ ਤਾਂ ਮਰ, ਸਾਨੂੰ ਫਰਕ ਨਹੀਂ ਪੈਂਦਾ। ਇਹ ਗੱਲ ਨਹੀਂ ਹੈ। ਗੱਲ ਹੈ ਕਿ ਉਹਦੇ ਮਰੇ ਦਾ ਦੁੱਖ ਨਹੀਂ ਹੁੰਦਾ। ਸਾਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਜੋ ਮਰਨਾ ਤੇ ਜੰਮਣਾ ਹੈ ਉਸ ਪਰਮਾਤਮਾ ਦੀ ਮਰਜ਼ੀ ਹੈ, ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ, ਅਤੇ ਉਹਦੇ ਹੁਕਮ ਦੇ ਵਿੱਚ ਚੱਲਣਾ ਮੈਨੂੰ ਆ ਗਿਆ ਹੈ, ਉਹਦੇ ਹੁਕਮ ਨੂੰ ਸਵੀਕਾਰ ਕਰਨਾ ਮੈਨੂੰ ਆ ਗਿਆ ਹੈ। ਇਸੇ ਲਈ ਮੈਨੂੰ ਹੁਣ ਜੰਮਦਾ ਤੇ ਮਰਦਾ ਕੋਈ ਨਜ਼ਰ ਨਹੀਂ ਆਉਂਦਾ। ਤੇ ਜਿੱਥੋਂ ਤੱਕ ਗੱਲ ਹੈ ਜੰਮਣ ਦੇ ਉੱਤੇ ਖੁਸ਼ ਹੋਣ ਦੀ, ਤਾਂ ਉਹ ਜੋ ਜੰਮਣਾ ਹੈ, ਕੋਈ ਇਨਸਾਨ ਜੋ ਜਨਮ ਲੈਂਦਾ ਹੈ ਜਾਂ ਕੋਈ ਵੀ ਜੀਵ ਜੋ ਜਨਮ ਲੈਂਦਾ ਹੈ, ਉਸ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੈ। ਜੇਕਰ ਅਸੀਂ ਉਹਦੇ ਤੇ ਖੁਸ਼ ਹੋ ਰਹੇ ਹਾਂ ਤਾਂ ਪ੍ਰਮਾਤਮਾ ਦੇ ਹੁਕਮ ਅਨੁਸਾਰ ਜੋ ਕੁਝ ਵੀ ਹੋਰ ਹੋ ਰਿਹਾ ਹੈ ਉਹਦੇ ਤੇ ਵੀ ਸਾਨੂੰ ਖੁਸ਼ ਹੋਣਾ ਚਾਹੀਦਾ ਹੈ। ਸਾਡੇ ਸਰੀਰ ਦੇ ਵਿੱਚ ਸਾਹ ਚੱਲਦੇ ਪਏ ਨੇ, ਹਰ ਸਾਹ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਕਿਉਂਕਿ ਇਹ ਪ੍ਰਮਾਤਮਾ ਦੇ ਹੁਕਮ ਅਨੁਸਾਰ ਸਾਨੂੰ ਸਾਹ ਮਿਲ ਰਹੇ ਨੇ। ਸਾਡਾ ਦਿਲ ਧੜਕ ਰਿਹਾ ਹੈ, ਹਰ ਧੜਕਣ ਦੇ ਨਾਲ ਸਾਨੂੰ ਖੁਸ਼ ਹੋਣਾ ਚਾਹੀਦਾ ਹੈ, ਕਿਉਂਕਿ ਉਹ ਧੜਕਣ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ ਹੈ। ਪਰ ਅਜਿਹਾ ਮੁਮਕਿਨ ਨਹੀਂ ਹੈ। ਜੋ ਖੁਸ਼ੀ ਅਸੀਂ ਕਿਸੇ ਦੇ ਜਨਮ ਦੀ ਮਨਾ ਸਕਦੇ ਹਾਂ, ਉਹ ਸਾਡੇ ਇੱਕ ਦਿਲ ਦੀ ਧੜਕਣ ਦੀ ਨਹੀਂ ਮਨਾ ਸਕਦੇ। ਪ੍ਰੈਕਟੀਕਲ ਨਹੀਂ ਬਣਦੀ ਇਹ ਗੱਲ। ਇਸੇ ਲਈ ਸਾਰਿਆਂ ਤੋਂ ਬਿਹਤਰ ਇਹੀ ਹੈ ਕਿ ਉਸ ਖੁਸ਼ੀ ਦਾ ਤੇ ਗਮੀ ਦਾ ਫਰਕ ਮਿਟਾ ਲਿਆ ਜਾਵੇ।
ਜੋ ਕੁਝ ਵੀ ਵਾਪਰ ਰਿਹਾ ਹੈ ਉਸ ਨੂੰ ਪ੍ਰਮਾਤਮਾ ਦੀ ਮਰਜ਼ੀ ਸਮਝ ਲਈ ਜਾਵੇ, ਪ੍ਰਮਾਤਮਾ ਦਾ ਹੁਕਮ ਮੰਨ ਲਿਆ ਜਾਏ ਤੇ ਆਪਣੇ ਵੱਲੋਂ ਉਹਦੇ ਤੇ ਕੋਈ ਵੀ ਪ੍ਰਤੀਕਿਰਿਆ ਨਾ ਕੀਤੀ ਜਾਏ। ਔਖਾ ਹੈ, ਪਰ ਜੇ ਕਰ ਪਾਓਗੇ ਤਾਂ ਮਨ ਨੂੰ ਜੋ ਸ਼ਾਂਤੀ ਮਿਲੇਗੀ ਉਹਦੇ ਵਰਗੀ ਸ਼ਾਂਤੀ ਤੁਹਾਨੂੰ ਕਿਤੋਂ ਹੋਰ ਨਹੀਂ ਲੱਭ ਸਕਦੀ। ਕੌੜੀ ਮਹਿਲਾ ਪਹਿਲਾ ਦੱਖਣੀ। ਸੁਣ ਸੁਣ ਬੂਝੈ ਮਾਨੈ ਨਾਉ, ਤਾਕੈ ਸਦ ਬਲਿਹਾਰੈ ਜਾਓ। ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਸੁਣਦਾ ਹੈ, ਉਹਨੂੰ ਬੁੱਝਦਾ ਹੈ, ਭਾਵ ਕਿ ਉਹਨੂੰ ਸਮਝਦਾ ਹੈ ਤੇ ਉਹਨੂੰ ਮੰਨ ਲੈਂਦਾ ਹੈ, ਸਿੱਖਿਆ ਨੂੰ ਵੀ ਮੰਨ ਲੈਂਦਾ ਹੈ, ਪ੍ਰਮਾਤਮਾ ਦੇ ਨਾਮ ਨੂੰ ਵੀ ਮੰਨ ਲੈਂਦਾ ਹੈ, ਤਾਂ ਕਿ ਸਦ ਬਲਿਹਾਰੈ ਜਾਓ। ਕਹਿੰਦੇ ਮੈਂ ਉਹਦੇ ਤੋਂ ਸਦਾ ਸਦਕੇ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਆਪ ਭੁਲਾਏ ਠੌਹਰ ਨਾ ਠਾਓ। ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਕੁਰਾਹੇ ਪਾਉਂਦਾ ਹੈ, ਜਿਸ ਮਨੁੱਖ ਨੂੰ ਉਹ ਆਪ ਗੁਰੂ ਦੀ ਸਿੱਖਿਆ ਵੱਲੋਂ ਭੁਲਾਈ ਰੱਖਦਾ ਹੈ, ਚੰਗੇ ਪਾਸਿਓਂ ਗਿਆਨ ਵਾਲੇ ਪਾਸਿਓਂ ਭੁਲਾਈ ਰੱਖਦਾ ਹੈ, ਉਹਦਾ ਹੋਰ ਕੋਈ ਆਤਮਿਕ ਸਹਾਰਾ ਵੀ ਨਹੀਂ ਬਣਦਾ। ਤੂੰ ਸਮਝਾਵੈਂ ਮੇਲ ਮਿਲਾਓ। ਕਹਿੰਦੇ ਜਿਹਨੂੰ ਤੂੰ ਸਮਝਾਉਂਦਾ ਹੈ, ਜਿਹਦੇ ਖਾਨੇ ਦੇ ਵਿੱਚ ਤੂੰ ਇਹ ਗੱਲ ਪਾ ਦਿੰਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੈ, ਉਹਨੂੰ ਤੂੰ ਆਪਣੇ ਆਪ ਦੇ ਨਾਲ ਮਿਲਾ ਵੀ ਲੈਂਦਾ ਹੈ, ਉਹਨੂੰ ਤੂੰ ਗੁਰੂ ਦੇ ਨਾਲ ਵੀ ਮਿਲਾ ਲੈਂਦਾ ਹੈ ਤੇ ਗੁਰੂ ਤੋਂ ਸਿੱਖਿਆ ਸੁਣ ਕੇ ਉਹ ਤੇਰੇ ਨਾਲ ਵੀ ਮਿਲਾਪ ਹਾਸਲ ਕਰ ਲੈਂਦਾ ਹੈ। ਭਾਵ ਕਿ ਜਿਹਨੂੰ ਚੰਗੇ ਰਸਤੇ ਪਾਉਣਾ ਹੈ ਉਹ ਵੀ ਪ੍ਰਮਾਤਮਾ ਦੀ ਮਰਜ਼ੀ ਹੈ ਤੇ ਕਿਹਨੂੰ ਮਾੜੇ ਰਸਤੇ ਪਾਉਣਾ ਹੈ ਉਹ ਵੀ ਪ੍ਰਮਾਤਮਾ ਦੀ ਮਰਜ਼ੀ ਹੈ। ਨਾਮ ਮਿਲੈ ਚੱਲੈ ਮੈਂ ਨਾਲ, ਵਿਨ ਨਾਵੈ ਬਾਧੀ ਸਭ ਕਾਲ ਰਹਾਓ। ਕਹਿੰਦੇ ਜੇਕਰ ਮੈਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਏ ਤਾਂ ਉਹ ਸਦਾ ਮੇਰੇ ਨਾਲ ਚੱਲੇਗਾ ਤੇ ਪ੍ਰਮਾਤਮਾ ਦੇ ਨਾਮ ਤੋਂ ਬਿਨ ਨਾਵੈ ਬਾਧੀ ਸਭ ਕਾਲ, ਸਭ ਤੋਂ ਭਾਵ ਕਿ ਸਾਰੀ ਲੁਕਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਲੁਕਾਈ ਕਾਲ ਦੇ ਵਿੱਚ ਬੰਨੀ ਹੋਈ ਹੈ, ਜਕੜੀ ਹੋਈ ਹੈ। ਕਾਲ ਤੋਂ ਭਾਵ ਮੌਤ ਦਾ ਡਰ, ਮੌਤ ਦਾ ਸਹਿਮ। ਕਹਿੰਦੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਜੋ ਲੁਕਾਈ ਹੈ ਮੌਤ ਦੇ ਸਹਿਮ ਦੇ ਵਿੱਚ ਬੰਨੀ ਹੋਈ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ, ਹਰ ਇਨਸਾਨ ਨੂੰ ਮੌਤ ਦਾ ਡਰ ਰਹਿੰਦਾ ਹੈ। ਇਸ ਲਈ ਅਸੀਂ ਜਿੰਨਾ ਹੋ ਸਕੇ ਬਚ ਕੇ ਚੱਲਦੇ ਹਾਂ, ਬਿਮਾਰੀਆਂ ਤੋਂ ਵੀ ਬਚ ਕੇ ਚੱਲਦੇ ਹਾਂ, ਹਾਦਸਿਆਂ ਤੋਂ ਵੀ ਬਚ ਕੇ ਚੱਲਦੇ ਹਾਂ। ਹਾਲਾਂਕਿ ਜਦੋਂ ਮੌਤ ਆਉਣੀ ਹੈ ਉਹਨੇ ਆ ਹੀ ਜਾਣਾ ਹੈ, ਪਰ ਆਪਣਾ ਬਚਾਅ ਅਸੀਂ ਕਰਦੇ ਹਾਂ। ਪਰ ਗੁਰੂ ਜੀ ਕਹਿੰਦੇ ਕਿ ਜਦੋਂ ਤੁਹਾਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਏ ਤਾਂ ਆਪਣੇ ਬਚਾਅ ਦੀ ਫਿਕਰ ਨਹੀਂ ਰਹਿੰਦੀ, ਕਿਉਂਕਿ ਤੁਹਾਨੂੰ ਮੌਤ ਦਾ ਡਰ ਨਹੀਂ ਰਹਿੰਦਾ। ਤੁਸੀਂ ਇਸ ਗੱਲ ਦੇ ਵਿੱਚ ਯਕੀਨ ਵੱਜ ਜਾਂਦਾ ਹੈ ਕਿ ਜਦੋਂ ਉਸ ਪ੍ਰਮਾਤਮਾ ਦਾ ਬੁਲਾਵਾ ਆ ਗਿਆ ਤਾਂ ਸਾਨੂੰ ਇਸ ਜਗਤ ਤੋਂ ਜਾਣਾ ਹੀ ਪਏਗਾ। ਹੁਣ ਇਸ ਤੋਂ ਅਸੀਂ ਇਹ ਮਤਲਬ ਨਹੀਂ ਲੈਣਾ ਕਿ ਅਸੀਂ ਇਹ ਸੋਚ ਕੇ ਬੈਠ ਜਾਈਏ ਕਿ ਜਦੋਂ ਮਰਨਾ ਹੈ ਉਦੋਂ ਤੇ ਮਰਨਾ ਹੀ ਹੈ ਤੇ ਅਸੀਂ ਕੁਝ ਖਤਰਨਾਕ ਕੰਮ ਕਰਨ ਲੱਗ ਜਾਈਏ, ਅਸੀਂ ਜਾਣ ਬੁੱਝ ਕੇ ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾਉਣ ਲੱਗ ਜਾਈਏ। ਸਿਰਫ ਅੰਦਰੋਂ ਮੌਤ ਦਾ ਡਰ ਖਤਮ ਕਰਨਾ ਹੈ, ਮੌਤ ਨੂੰ ਬੁਲਾਵਾ ਨਹੀਂ ਦੇਣਾ ਹੈ। ਖੇਤੀ ਵਣਜ ਨਾਵੈ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ। ਕਹਿੰਦੇ ਜਿਸ ਤਰ੍ਹਾਂ ਤੁਸੀਂ ਖੇਤੀ ਨੂੰ ਤੇ ਆਪਣੇ ਵਪਾਰ ਨੂੰ ਆਪਣੇ ਜੀਵਨ ਦਾ ਸਹਾਰਾ ਸਮਝਦੇ ਹੋ, ਉਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਨਾਮ ਨੂੰ ਵੀ ਆਪਣੇ ਜੀਵਨ ਦਾ ਸਹਾਰਾ ਸਮਝੋ। ਇਸ ਗੱਲ ਨੂੰ ਸਮਝ ਲਓ ਕਿ ਜੋ ਪ੍ਰਮਾਤਮਾ ਦਾ ਨਾਮ ਹੈ ਉਹ ਵੀ ਸਾਡੇ ਲਈ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਾਡੇ ਲਈ ਆਪਣਾ ਵਪਾਰ ਕਰਨਾ, ਆਪਣੀ ਨੌਕਰੀ ਕਰਨੀ ਜਾਂ ਖੇਤੀ ਕਰਨਾ ਹੈ। ਪਾਪ ਪੁੰਨ ਬੀਜ ਕੀ ਪੋਟ। ਅੱਜ ਜੋ ਤੁਸੀਂ ਪਾਪ ਜਾਂ ਪੁੰਨ ਕਰਦੇ ਹੋ ਉਹ ਤੁਹਾਡੀ ਅੱਗੇ ਦੀ ਜ਼ਿੰਦਗੀ ਦੇ ਲਈ ਬੀਜ ਦੀ ਪੋਟ ਬਣ ਜਾਂਦੀ ਹੈ। ਸਿੰਪਲ ਸ਼ਬਦਾਂ ਦੇ ਵਿੱਚ ਜੋ ਅਸੀਂ ਅੱਜ ਬੀਜਦੇ ਹਾਂ ਉਹੀ ਅਸੀਂ ਕੱਲ੍ਹ ਨੂੰ ਵੱਢਾਂਗੇ। ਜਿੱਦਾਂ ਦੇ ਕਾਰਜ ਅਸੀਂ ਕਰਦੇ ਹਾਂ ਅੱਜ, ਉੱਦਾਂ ਦੀ ਸਾਡੀ ਸੋਚ ਬਣ ਜਾਏਗੀ। ਉਸ ਸੋਚ ਦੇ ਅਨੁਸਾਰ ਅਸੀਂ ਕੱਲ੍ਹ ਨੂੰ ਵੀ ਇਸੇ ਤਰ੍ਹਾਂ ਦੇ ਹੀ ਕੰਮ ਕਰਨ ਦੇ ਲਈ ਪ੍ਰੇਰਿਤ ਹੋਵਾਂਗੇ। ਕਾਮ ਕ੍ਰੋਧ ਜੀ ਮਹਿ ਚੋਟ। ਕਹਿੰਦੇ ਜਿਨ੍ਹਾਂ ਦੇ ਮਨ ਦੇ ਉੱਤੇ ਕਾਮ ਕ੍ਰੋਧ ਆਦਿਕ ਵਿਕਾਰ ਚੋਟਾਂ ਮਾਰਦੇ ਨੇ, ਨਾਮ ਵਿਸਾਰ ਚੱਲੇ ਮਨ ਖੋਟ। ਉਹ ਲੋਕ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਖੋਟ ਲੈ ਕੇ ਇੱਥੋਂ ਜਾਂਦੇ ਨੇ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ। ਤੇ ਜਿਨ੍ਹਾਂ ਨੂੰ ਸੱਚੇ ਗੁਰੂ ਦੀ ਸੱਚੀ ਸਿੱਖਿਆ ਮਿਲ ਜਾਂਦੀ ਹੈ ਉਹਨਾਂ ਦਾ ਤਨ ਤੇ ਮਨ ਦੋਨੋਂ ਹੀ ਸੀਤਲ ਹੋ ਜਾਂਦੇ ਨੇ, ਠੰਡੇ ਹੋ ਜਾਂਦੇ ਨੇ
ਤੇ ਉਹ ਸੱਚ ਨੂੰ ਪਰਖ ਲੈਂਦੇ ਨੇ। ਸੱਚ ਤੋਂ ਭਾਵ ਉਹ ਪਰਮਾਤਮਾ, ਉਸ ਪਰਮਾਤਮਾ ਨੂੰ ਜਾਣ ਲੈਂਦੇ ਨੇ, ਪਛਾਣ ਲੈਂਦੇ ਨੇ, ਉਹਦੇ ਨਾਲ ਸਾਂਝ ਪਾ ਲੈਂਦੇ ਨੇ। ਜਲ ਪੁਰਾਇਣ ਰਸ ਕਮਲ ਪਰੀਖ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਕਿ ਪਾਣੀ ਦੇ ਵਿੱਚ ਰਹਿਣ ਵਾਲਾ ਪੁਰਾਇਣ ਭਾਵ ਕਿ ਚੌਪੱਤੀ ਇੱਕ ਬਨਸਪਤੀ ਹੈ ਜੋ ਪਾਣੀ ਦੇ ਉੱਪਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਪਾਣੀ ਦੇ ਉੱਪਰ ਪਈ ਹੁੰਦੀ ਹੈ, ਪਾਣੀ ਦੇ ਵਿੱਚ ਹੀ ਇਹ ਰਹਿੰਦੀ ਹੈ। ਤੇ ਉਸੇ ਤਰ੍ਹਾਂ ਹੀ ਕਮਲ ਦਾ ਫੁੱਲ ਜੋ ਹੈ ਉਹ ਵੀ ਪਾਣੀ ਦੇ ਵਿੱਚ ਰਹਿੰਦਾ ਹੈ। ਕਹਿੰਦੇ ਜਿਸ ਤਰ੍ਹਾਂ ਪਾਣੀ ਦੀ ਮਹੱਤਤਾ ਨੂੰ, ਪਾਣੀ ਦੀ ਹੋਂਦ ਨੂੰ ਚੌਪੱਤੀ ਤੇ ਕਮਲ ਦਾ ਫੁੱਲ ਪਛਾਣ ਲੈਂਦੇ ਨੇ, ਉਸੇ ਤਰ੍ਹਾਂ ਹੀ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਮਨੁੱਖ ਉਸ ਪਰਮਾਤਮਾ ਨੂੰ ਪਛਾਣ ਲੈਂਦੇ ਨੇ। ਸ਼ਬਦ ਰੱਤੇ ਮਿੱਠੇ ਰਸ ਈਖ, ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਗੁਰੂ ਦੇ ਸ਼ਬਦਾਂ ਦੇ ਵਿੱਚ ਰੰਗੇ ਜਾਂਦੇ ਨੇ, ਉਹ ਮਿੱਠੇ ਸੁਭਾਅ ਵਾਲੇ ਹੋ ਜਾਂਦੇ ਨੇ। ਉਹਨਾਂ ਦਾ ਸੁਭਾਅ ਇੰਨਾ ਮਿੱਠਾ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਈਖ ਦਾ ਭਾਵ ਗੰਨੇ ਦਾ ਰਸ ਹੁੰਦਾ ਹੈ। ਹੁਕਮ ਸੰਜੋਗੀ ਗੜ 10 ਦੁਆਰ, ਪੰਚ ਵਸੈ ਮਿਲ ਜੋਤ ਅਪਾਰ, ਕਹਿੰਦੇ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਤੇ ਸੰਜੋਗਾਂ ਵਸ ਇਹ ਜੋ ਕਿਲੇ ਰੂਪ ਮਨੁੱਖੀ ਸਰੀਰ ਹੈ ਇਹ ਹੋਂਦ ਦੇ ਵਿੱਚ ਆਇਆ ਤੇ ਇਸ ਸਰੀਰ ਦੇ ਵਿੱਚ ਪੰਚ ਵਸੈ ਮਿਲ ਜੋਤ ਅਪਾਰ, ਇਸ ਸਰੀਰ ਦੇ ਵਿੱਚ ਪੰਚ ਤੋਂ ਭਾਵ ਕਿ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਨੇ ਪਰਮਾਤਮਾ ਦੀ ਜੋਤ ਦੇ ਨਾਲ ਮਿਲ ਕੇ। ਭਾਵ ਕਿ ਸਾਡਾ ਜੋ ਸਰੀਰ ਹੈ ਉਹਦੇ ਅੰਦਰ ਵਿਕਾਰ ਵੀ ਨੇ, ਸਾਡੇ ਮਨ ਦੇ ਵਿੱਚ ਵਿਕਾਰ ਵੀ ਮੌਜੂਦ ਨੇ, ਸਾਡੇ ਮਨ ਦੇ ਵਿੱਚ ਪਰਮਾਤਮਾ ਦੀ ਜੋਤ ਵੀ ਮੌਜੂਦ ਹੈ। ਦੋਨੋਂ ਇੱਕ ਦੂਜੇ ਦੇ ਨਾਲ ਮਿਲ ਕੇ ਵਸਦੇ ਹਨ। ਇਹ ਸਾਡੇ ਸਰੀਰ ਦੀ ਇੱਕ ਅਟੱਲ ਸੱਚਾਈ ਹੈ। ਅਸੀਂ ਵਿਕਾਰਾਂ ਨੂੰ ਆਪਣੇ ਅੰਦਰੋਂ ਖਤਮ ਨਹੀਂ ਕਰ ਸਕਦੇ, ਉਹਨਾਂ ਨੂੰ ਦਬਾ ਸਕਦੇ ਹਾਂ ਜਾਂ ਉਹਨਾਂ ਨੂੰ ਪੋਜ਼ਿਟਿਵ ਹਾਂ ਪੱਖੀ ਤਰੀਕੇ ਦੇ ਨਾਲ ਵਰਤ ਸਕਦੇ ਹਾਂ। ਸਾਰੇ ਵਿਕਾਰਾਂ ਦਾ ਇੱਕ ਪੋਜ਼ਿਟਿਵ ਪੱਖ ਜ਼ਰੂਰ ਹੈ। ਤੁਸੀਂ ਸਾਡੀ 5 ਵਿਕਾਰਾਂ ਵਾਲੀ ਲੜੀ ਦੇਖ ਲਿਓ, ਉਹਦੇ ਵਿੱਚ ਅਸੀਂ ਹਰ ਇੱਕ ਵਿਕਾਰ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੋਇਆ ਹੈ। ਅੱਗੇ ਕਹਿੰਦੇ ਕਿ ਆਪ ਤੁਲੈ ਆਪੇ ਵਣਜਾਰ, ਕਿ ਜੋ ਪਰਮਾਤਮਾ ਹੈ ਉਹ ਆਪ ਹੀ ਤਾਂ ਤੁਲਨ ਵਾਲਾ ਸੌਦਾ ਹੈ ਤੇ ਆਪ ਹੀ ਤੋਲਣ ਵਾਲਾ ਵਣਜਾਰਾ ਹੈ। ਨਾਨਕ ਨਾਮ ਸਵਾਰਨਹਾਰ, ਕਿ ਹੇ ਨਾਨਕ ਜੋ ਪਰਮਾਤਮਾ ਦਾ ਨਾਮ ਹੈ ਉਹ ਸਵਾਰਨਹਾਰ ਹੈ, ਉਹ ਸਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸ ਲਈ ਸਾਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਕੌੜੀ ਮਹਿਲਾ ਪਹਿਲਾ, ਜਾਤੋ ਜਾਏ ਕਹਾ ਤੇ ਆਵੈ, ਕਹਿ ਉਪਜੈ ਕਹਿ ਜਾਏ ਸਮਾਵੈ। ਇਹਨਾਂ ਪੰਕਤੀਆਂ ਦੇ ਵਿੱਚ ਵਾਸਨਾਵਾਂ ਦੀ, ਕਾਮਨਾਵਾਂ ਦੀ ਗੱਲ ਹੋ ਰਹੀ ਹੈ। ਕਹਿੰਦੇ ਕਿ ਇਹ ਕਿਵੇਂ ਪਤਾ ਕੀਤਾ ਜਾਏ, ਕਿਵੇਂ ਇਸ ਗੱਲ ਨੂੰ ਸਮਝਿਆ ਜਾਏ ਕਿ ਇਹ ਵਾਸਨਾਵਾਂ ਕਿੱਥੋਂ ਆਉਂਦੀਆਂ ਹਨ। ਕਹਿ ਉਪਜੈ ਕਹਿ ਜਾਏ ਸਮਾਏ, ਕਿੱਥੋਂ ਉਤਪੰਨ ਹੁੰਦੀਆਂ ਨੇ ਤੇ ਕਿੱਥੇ ਇਹ ਸਮਾ ਜਾਂਦੀਆਂ ਨੇ। ਕਿਉਂਕਿ ਬਹੁਤ ਸਾਰੀਆਂ ਵਾਸਨਾਵਾਂ ਅਜਿਹੀਆਂ ਹੁੰਦੀਆਂ ਨੇ, ਕੋਈ ਕਾਮਨਾਵਾਂ ਹੁੰਦੀਆਂ ਨੇ, ਇੱਛਾਵਾਂ ਹੁੰਦੀਆਂ ਨੇ ਮਨੁੱਖ ਦੀਆਂ, ਕਈ ਵਾਰ ਉਹਦੇ ਮਨ ਦੇ ਵਿੱਚ ਉੱਠਦੀਆਂ ਨੇ, ਉਹਦਾ ਦਿਲ ਕਰਦਾ ਹੈ ਕੁਝ ਕਰਨ ਦੇ ਲਈ, ਤੇ ਕਈ ਵਾਰ ਫਿਰ ਉਹ ਆਪੇ ਹੀ ਖਤਮ ਵੀ ਹੋ ਜਾਂਦੀਆਂ ਨੇ। ਉਹੀ ਗੱਲ ਦੇ ਉੱਤੇ ਗੁਰੂ ਜੀ ਸਵਾਲ ਕਰ ਰਹੇ ਨੇ ਕਿ ਕਹਿ ਉਪਜੈ ਕਹਿ ਜਾਏ ਸਮਾਵੈ, ਕਿ ਕਿੱਥੋਂ ਉਹ ਉਤਪੰਨ ਹੁੰਦੀਆਂ ਨੇ ਤੇ ਕਿੱਥੇ ਉਹ ਸਮਾ ਜਾਂਦੀਆਂ ਨੇ। ਕਿਉ ਬਾਧਿਓ ਕਿਉ ਮੁਕਤੀ ਪਾਵੈ, ਜੋ ਮਨੁੱਖ ਹੈ ਇਹਨਾਂ ਵਾਸਨਾਵਾਂ ਦੇ ਵਿੱਚ ਕਿਵੇਂ ਵੱਜਿਆ ਜਾਂਦਾ ਹੈ ਤੇ ਕਿਵੇਂ ਇਹਨਾਂ ਤੋਂ ਮੁਕਤੀ ਪਾ ਲੈਂਦਾ ਹੈ। ਕਿਉ ਅਵਿਨਾਸੀ ਸਹਿਜ ਸਮਾਵੈ, ਤੇ ਕਿਵੇਂ ਇਹਨਾਂ ਤੋਂ ਬਚ ਕੇ ਉਹ ਉਸ ਅਵਿਨਾਸੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹਕਾਮ ਰਹਾਓ। ਕਹਿੰਦੇ ਜਿਹੜੇ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ, ਜਿਹੜਾ ਮੁਖ ਦੇ ਨਾਲ ਆਪਣੇ ਪਰਮਾਤਮਾ ਦੇ ਨਾਮ ਨੂੰ ਉਚਾਰਦਾ ਹੈ, ਉਹ ਮਨੁੱਖ ਪਰਮਾਤਮਾ ਵਾਂਗ ਹੀ ਕਾਮਨਾਵਾਂ ਤੋਂ, ਵਾਸਨਾਵਾਂ ਤੋਂ ਰਹਿਤ ਹੋ ਜਾਂਦਾ ਹੈ। ਸਹਜੇ ਆਵੈ ਸਹਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ। ਹੁਣ ਪਿਛਲੀਆਂ ਪੰਕਤੀਆਂ ਦੇ ਵਿੱਚ ਵਾਸਨਾਵਾਂ ਨੂੰ ਲੈ ਕੇ ਜੋ ਸਵਾਲ ਗੁਰੂ ਜੀ ਨੇ ਪੁੱਛੇ ਸਨ, ਉਹਨਾਂ ਦੇ ਜਵਾਬ ਇਹਨਾਂ ਪੰਕਤੀਆਂ ਦੇ ਵਿੱਚ ਦਿੱਤੇ ਗਏ ਹਨ ਕਿ ਸਹਜੇ ਆਵੈ ਸਹਜੇ ਜਾਏ, ਕਿ ਕੁਦਰਤ ਦੇ ਨਿਯਮ ਅਨੁਸਾਰ ਹੀ ਸਹਜੇ ਹੀ ਇਹ ਵਾਸਨਾਵਾਂ ਮਨੁੱਖ ਦੇ ਅੰਦਰ ਪੈਦਾ ਹੁੰਦੀਆਂ ਨੇ ਤੇ ਸਹਜੇ ਹੀ ਇਹ ਖਤਮ ਵੀ ਹੋ ਜਾਂਦੀਆਂ ਨੇ। ਮਨ ਤੇ ਉਪਜੈ ਮਨ ਮਾਹੇ ਸਮਾਏ, ਮਨ ਚੋਂ ਹੀ ਪੈਦਾ ਹੁੰਦੀਆਂ ਨੇ ਤੇ ਮਨ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਨੇ। ਜਦੋਂ ਅਸੀਂ ਮਨਮੁਖਤਾ ਵਾਲੀ ਹਾਲਤ ਦੇ ਵਿੱਚ ਹੁੰਦੇ ਹਾਂ
ਤਾਂ ਸਾਡੇ ਮਨ ਦੇ ਵਿੱਚ ਵਾਸਨਾਵਾਂ ਉਤਪੰਨ ਹੁੰਦੀਆਂ ਨੇ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਗੁਰਮੁਖ ਵਾਲੀ ਅਵਸਥਾ ਦੇ ਵਿੱਚ ਆ ਜਾਂਦੇ ਹਾਂ, ਤਾਂ ਇਹ ਵਾਸਨਾਵਾਂ ਖਤਮ ਹੋ ਜਾਂਦੀਆਂ ਨੇ। ਗੁਰਮੁਖ ਮੁਕਤੋ ਬੰਦ ਨਾ ਪਾਏ, ਕਿ ਜੋ ਗੁਰਮੁਖ ਹੈ ਇਹਨਾਂ ਵਾਸਨਾਵਾਂ ਤੋਂ ਮੁਕਤੀ ਪਾ ਲੈਂਦਾ ਹੈ। ਇਹ ਵਾਸਨਾਵਾਂ, ਇਹ ਕਾਮਨਾਵਾਂ ਉਹਦੇ ਰਾਹ ਦੇ ਵਿੱਚ ਬੰਨ ਨਹੀਂ ਲਾ ਸਕਦੀਆਂ। ਸ਼ਬਦ ਵਿਚਾਰ ਛੂਟੈ ਹਰਿ ਨਾਏ। ਛੂਟੈ ਤੋਂ ਭਾਵ ਕਿ ਇਹਨਾਂ ਵਾਸਨਾਵਾਂ ਤੋਂ ਬਚਣਾ, ਉਹ ਬਚਣ ਦੇ ਲਈ ਸਾਨੂੰ ਗੁਰੂ ਦੇ ਸ਼ਬਦਾਂ ਦੇ ਨਾਲ ਜੁੜਨਾ ਪਏਗਾ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਏਗਾ। ਗੁਰੂ ਦੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਦੇ ਨਾਮ ਦੇ ਰਾਹੀਂ ਅਸੀਂ ਇਹਨਾਂ ਵਾਸਨਾਵਾਂ ਤੋਂ ਬਚ ਸਕਦੇ ਹਾਂ। ਤਰਵਰ ਪੰਖੀ ਬਹੁ ਨਿਸ ਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼। ਤਰਵਰ ਤੋਂ ਭਾਵ ਰੁੱਖ, ਪੰਖੀ ਤੋਂ ਭਾਵ ਪੰਛੀ, ਨਿਸ ਤੋਂ ਭਾਵ ਰਾਤ, ਤੇ ਬਾਸ ਤੋਂ ਭਾਵ ਵਸੇਰਾ। ਕਹਿੰਦੇ ਰਾਤ ਦੇ ਸਮੇਂ ਰੁੱਖਾਂ ਦੇ ਉੱਪਰ ਅਨੇਕਾਂ ਹੀ ਪੰਛੀ ਆਪਣਾ ਵਾਸ, ਆਪਣਾ ਵਸੇਰਾ ਕਰ ਲੈਂਦੇ ਹਨ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਇਸ ਸੰਸਾਰ ਦੇ ਵਿੱਚ ਜੀਵ ਆਏ ਹੋਏ ਨੇ, ਮਨੁੱਖਾਂ ਨੇ ਜਾਂ ਹੋਰ ਜੀਵਾਂ ਨੇ ਇਸ ਸੰਸਾਰ ਦੇ ਵਿੱਚ ਆਪਣਾ ਵਸੇਰਾ ਕੀਤਾ ਹੋਇਆ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿ ਰਾਤ ਦੇ ਵੇਲੇ ਪੰਛੀ ਰੁੱਖਾਂ ਦੇ ਉੱਤੇ ਵਸੇਰਾ ਕਰ ਲੈਂਦੇ ਹਨ। ਸੁਖ ਦੁਖੀਆ ਮਨ ਮੋਹ ਵਿਨਾਸ਼। ਕਹਿੰਦੇ ਕਈ ਸੁਖੀ ਹਨ, ਕਈ ਦੁਖੀ ਹਨ, ਕਈ ਆਪਣੇ ਮਨ ਦੇ ਪਿੱਛੇ ਲੱਗ ਕੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਵਿਨਾਸ਼ ਹੋ ਰਹੇ ਨੇ, ਨਾਸ਼ ਹੋ ਰਹੇ ਨੇ। ਸਾਜ ਵਿਹਾਗ ਤੱਕੈ ਆਗਾਸ। ਕਹਿੰਦੇ ਸ਼ਾਮ ਗੁਜ਼ਰ ਜਾਂਦੀ ਹੈ, ਸਵੇਰਾ ਹੋ ਜਾਂਦਾ ਹੈ ਤਾਂ ਆਕਾਸ਼ ਵੱਲ ਨੂੰ ਤੱਕਦੇ ਹਨ। ਇੱਥੇ ਉਹਨਾਂ ਪੰਛੀਆਂ ਦੀ ਗੱਲ ਹੋ ਰਹੀ ਹੈ ਕਿ ਸਵੇਰਾ ਹੋਣ ਤੇ ਉਹ ਪੰਛੀ ਆਕਾਸ਼ ਵੱਲ ਨੂੰ ਤੱਕਦੇ ਹਨ, ਭਾਵ ਆਪਣੀਆਂ ਉਡਾਰੀਆਂ ਭਰਦੇ ਹਨ, ਆਪੋ ਆਪਣੇ ਖਾਣੇ ਦੀ ਤਲਾਸ਼ ਦੇ ਵਿੱਚ ਜਾਂਦੇ ਹਨ। ਦੈ ਦਿਸ ਧਾਵੈ ਕਰਮ ਲਿਖਿਆਸ। ਆਪਣੇ ਕਰਮਾਂ ਦੇ ਅਨੁਸਾਰ ਉਹ 10 ਦਿਸ਼ਾਵਾਂ ਵੱਲ ਨੂੰ ਚੱਲ ਪੈਂਦੇ ਹਨ, ਕਿਉਂਕਿ ਖਾਣਾ ਲੱਭਣਾ ਹੁੰਦਾ ਹੈ, ਵੱਖ-ਵੱਖ ਦਿਸ਼ਾਵਾਂ ਵੱਲ ਭਟਕਦੇ ਫਿਰਦੇ ਹਨ। ਉਸੇ ਤਰ੍ਹਾਂ ਹੀ ਜੋ ਮਨੁੱਖ ਹੈ, ਉਹਦਾ ਮਨ ਹੈ, ਉਹਦਾ ਮਨ ਵੀ ਉਹਨਾਂ ਪੰਛੀਆਂ ਵਾਂਗ ਹੈ ਜੋ ਕਿ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ 10 ਦਿਸ਼ਾਵਾਂ ਵੱਲ ਭਟਕਦਾ ਫਿਰਦਾ ਹੈ। ਕਦੇ ਇੱਧਰ ਨੂੰ ਜਾਂਦਾ ਹੈ, ਕਦੇ ਉੱਧਰ ਨੂੰ ਜਾਂਦਾ ਹੈ। ਤਲਾਸ਼ ਹੁੰਦੀ ਹੈ ਤੇ ਮਾਇਆ ਦੀ, ਜਿਹੜੇ ਪਾਸੇ ਵੀ ਕੋਈ ਸਹਾਰਾ ਦਿਖਦਾ ਹੈ, ਜਿਹੜੇ ਪਾਸਿਓਂ ਵੀ ਕੋਈ ਆਸ ਦਿਖਦੀ ਹੈ ਮਾਇਆ ਇਕੱਠੀ ਕਰਨ ਦੀ, ਉਸੇ ਪਾਸੇ ਨੂੰ ਉਹ ਭੱਜ ਲੈਂਦਾ ਹੈ, ਉਸੇ ਪਾਸੇ ਨੂੰ ਮਨੁੱਖ ਦਾ ਮਨ ਭਟਕ ਜਾਂਦਾ ਹੈ। ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ। ਗੋਇਲ ਥਾਟ ਤੋਂ ਭਾਵ ਹੈ ਉਹ ਥਾਂ ਜਿਹੜੀ ਹਰਿਆਲੀ ਹੁੰਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਮੀਂਹ ਦੇ ਉੱਤੇ ਬਹੁਤ ਨਿਰਭਰ ਹੁੰਦੇ ਸਨ ਲੋਕ। ਜੇ ਮੀਂਹ ਨਾ ਆਉਣਾ ਤਾਂ ਸੋਕਾ ਪੈ ਜਾਂਦਾ ਸੀ, ਤਾਂ ਅਜਿਹੇ ਸੋਕੇ ਦੀ ਸਥਿਤੀ ਦੇ ਵਿੱਚ ਲੋਕ ਇੱਧਰ ਉੱਧਰ ਥਾਵਾਂ ਲੱਭ ਕੇ ਕੋਈ ਐਸੀ ਥਾਂ ਲੱਭਦੇ ਸਨ ਜਿੱਥੇ ਕੋਈ ਹਰਿਆਵਲ ਹੁੰਦੀ ਸੀ, ਤਾਂ ਕਿ ਉਹ ਆਪਣੇ ਪਸ਼ੂਆਂ ਨੂੰ ਚਰਾ ਸਕਣ ਤੇ ਆਪਣੇ ਲਈ ਕੁਝ ਖਾਣ ਪੀਣ ਦੇ ਲਈ ਉਗਾ ਸਕਣ। ਉਹ ਜੋ ਹਰਿਆਲੀ ਥਾਂ ਹੁੰਦੀ ਸੀ ਉਹਨੂੰ ਗੋਇਲ ਕਿਹਾ ਜਾਂਦਾ ਸੀ। ਤਾਂ ਗੁਰੂ ਜੀ ਕਹਿੰਦੇ ਕਿ ਨਾਮ ਸੰਜੋਗੀ ਗੋਇਲ ਥਾਟ, ਉਹ ਥਾਂ ਜਿਹੜੀ ਹੁੰਦੀ ਸੀ ਉਹ ਪਰਮਾਨੈਂਟ ਨਹੀਂ ਹੁੰਦੀ ਸੀ। ਉੱਥੇ ਲੋਕ ਕੁਝ ਚਿਰ ਦੇ ਲਈ ਹੀ ਰਹਿੰਦੇ ਸਨ। ਜਦੋਂ ਮੀਂਹ ਪੈਣ ਲੱਗ ਜਾਂਦੇ ਸਨ ਤਾਂ ਉਹ ਵਾਪਸ ਆਪੋ ਆਪਣੇ ਪਿੰਡਾਂ ਸ਼ਹਿਰਾਂ ਵੱਲ ਨੂੰ ਚਲੇ ਜਾਂਦੇ ਸਨ, ਆਪਣੇ ਜੋ ਪੱਕੇ ਵਸੇਰੇ ਹਨ ਉੱਥੇ ਚਲੇ ਜਾਂਦੇ ਸਨ। ਇਸੇ ਗੱਲ ਦੀ ਉਦਾਹਰਣ ਲੈ ਕੇ ਗੁਰੂ ਜੀ ਕਹਿੰਦੇ ਨੇ ਕਿ ਨਾਮ ਸੰਜੋਗੀ ਗੋਇਲ ਥਾਟ, ਕਿ ਜੋ ਨਾਮ ਦੇ ਨਾਲ ਜੁੜੇ ਹੋਏ ਮਨੁੱਖ ਨੇ, ਪਰਮਾਤਮਾ ਦੇ ਨਾਮ ਨੂੰ ਉਚਾਰਨ ਵਾਲੇ ਮਨੁੱਖ ਨੇ, ਉਹ ਇਸ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਗੋਇਲ ਥਾਟ ਸਮਝਦੇ ਨੇ। ਉਹ ਇਸ ਜੀਵਨ ਨੂੰ ਪੱਕਾ ਨਹੀਂ ਸਮਝਦੇ। ਉਹਨਾਂ ਨੂੰ ਪਤਾ ਹੈ ਕਿ ਸਾਡਾ ਪੱਕਾ ਟਿਕਾਣਾ ਇਹ ਨਹੀਂ ਹੈ, ਇੱਥੇ ਅਸੀਂ ਚੰਦ ਦਿਨਾਂ ਦੇ ਪ੍ਰਾਹੁਣੇ ਹਾਂ। ਕਾਮ ਕ੍ਰੋਧ ਫੂਟੈ ਬਿਖ ਮਾਟ। ਉਹਨਾਂ ਦੇ ਮਨਾਂ ਦੇ ਵਿੱਚੋਂ ਕਾਮ ਕ੍ਰੋਧ ਆਦਿਕ ਜੋ ਵਿਕਾਰ ਨੇ ਬਹੁਤਾ ਚਿਰ ਨਹੀਂ ਟਿਕਦੇ ਤੇ ਖਤਮ ਹੋ ਜਾਂਦੇ ਹਨ। ਬਿਨ ਵਖਰ ਸੂਨੋ ਘਰ ਹਾਟ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਵਖਰ ਤੋਂ ਬਿਨਾਂ ਉਹਨਾਂ ਦਾ ਜੋ ਹਿਰਦਾ ਘਰ ਹੈ, ਹਿਰਦੇ ਘਰ ਦੀ ਜੋ ਹੱਟ ਹੈ ਉਹ ਸੁੰਨੀ ਰਹਿੰਦੀ ਹੈ, ਖਾਲੀ ਰਹਿੰਦੀ ਹੈ। ਗੁਰਮਿਲ ਖੋਲੇ ਬਜਰ ਕਪਾਟ। ਬਜਰ ਕਪਾਟ ਆਪਾਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹਾਂ ਕਿ ਹੁੰਦੇ ਨੇ ਕਰੜੇ ਦਰਵਾਜ਼ੇ। ਜਿਸ ਤਰ੍ਹਾਂ ਕਿ ਕਿਲਿਆਂ ਵਗੈਰਾ ਦੇ ਬੜੇ ਵੱਡੇ ਵੱਡੇ ਭਾਰੇ ਭਾਰੇ ਦਰਵਾਜ਼ੇ ਹੁੰਦੇ ਸਨ ਜਿਨ੍ਹਾਂ ਨੂੰ ਖੋਲ੍ਹਣਾ ਔਖਾ ਹੁੰਦਾ ਸੀ, ਉਸੇ ਤਰ੍ਹਾਂ ਹੀ ਮਾਇਆ ਦੇ ਮੋਹ ਦੇ ਵਿੱਚ ਪੈ ਕੇ, ਸੰਸਾਰਕ ਮੋਹ ਦੇ ਵਿੱਚ ਪੈ ਕੇ ਸਾਡੇ ਮਨਾਂ ਦੇ ਉੱਪਰ ਵੀ ਉਹ ਕਰੜੇ ਦਰਵਾਜ਼ੇ ਲੱਗ ਜਾਂਦੇ ਹਨ ਤੇ ਗੁਰੂ ਦੇ ਨਾਲ ਮਿਲ ਕੇ ਹੀ ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹਿਆ ਜਾ ਸਕਦਾ ਹੈ। ਗੁਰ ਮਿਲ ਖੋਲੇ ਬਜਰ ਕਪਾਟ। ਅੱਗੇ ਚੱਲਦੇ ਹਾਂ।
ਸਾਧ ਮਿਲੈ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਗ। ਜਿਨ੍ਹਾਂ ਨੂੰ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਅਨੁਸਾਰ ਉਹਨਾਂ ਦੇ ਫਲ ਸਵਰੂਪ ਗੁਰੂ ਦੇ ਨਾਲ ਮਿਲਾਪ ਹਾਸਲ ਹੁੰਦਾ ਹੈ, ਉਹ ਪੂਰੇ ਲੋਕ ਪੂਰਨ ਪੁਰਸ਼ ਸੱਚ ਰਹਿਸੇ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਖਿੜੇ ਰਹਿੰਦੇ ਹਨ। ਹੁਣ ਪੂਰਬਲੇ ਜਨਮ ਕੋਈ ਉਹ ਨਹੀਂ, ਪੂਰਬਲੇ ਕਰਮ ਕੋਈ ਉਹ ਨਹੀਂ ਜੋ ਆਮ ਤੌਰ 'ਤੇ ਸਮਝਿਆ ਜਾਂਦਾ ਹੈ ਕਿ ਪਿਛਲੀਆਂ ਜੂਨਾਂ ਦੇ ਵਿੱਚ ਜੋ ਮਨੁੱਖ ਨੇ ਕੋਈ ਕਾਰਜ ਕੀਤੇ ਹੋਣਗੇ। ਪੂਰਬਲੇ ਕਰਮ ਉਹੀ ਨੇ ਜੋ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਕੀਤੇ ਨੇ, ਜਿੱਦਾਂ ਦੀ ਤੁਸੀਂ ਆਪਣੀ ਸੋਚ ਤਿਆਰ ਕੀਤੀ ਹੈ। ਜੇਕਰ ਚੰਗੇ ਕਰਮ ਕੀਤੇ ਹੋਣਗੇ, ਆਪਣੀ ਜੋ ਵਿਰਤੀ ਹੈ, ਆਪਣੀ ਜੋ ਲਿਵ ਹੈ, ਉਹ ਚੰਗੇ ਪਾਸੇ ਵੱਲ ਨੂੰ ਲਾਈ ਹੋਏਗੀ, ਤਾਂ ਚੰਗੇ ਇਨਸਾਨ ਦੁਨੀਆ ਦੇ ਵਿੱਚ ਤੁਹਾਨੂੰ ਟੱਕਰਨਗੇ। ਇੱਕ ਛੋਟੀ ਜਿਹੀ ਉਦਾਹਰਣ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਕੱਲ੍ਹ ਸਮਾਰਟਫੋਨਾਂ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ ਹੈ। ਅਸੀਂ ਇੰਟਰਨੈਟ ਦੇ ਉੱਤੇ ਜੋ ਵੀ ਸਰਚ ਕਰਦੇ ਹਾਂ, ਸਾਨੂੰ ਉਸ ਤੋਂ ਬਾਅਦ ਉਹਦੇ ਨਾਲ ਰਿਲੇਟਡ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਜੋ ਵੀ ਫੇਸਬੁੱਕ ਤੇ ਗੂਗਲ ਵਗੈਰਾ ਕੰਪਨੀਆਂ ਨੇ, ਸਾਡੀ ਹਰ ਇੱਕ ਐਕਟੀਵਿਟੀ ਨੂੰ ਟਰੈਕ ਕਰ ਰਹੀਆਂ ਨੇ। ਅਸੀਂ ਜੇਕਰ ਮੰਨ ਲਓ ਕਿ ਕੋਈ ਚਾਕਲੇਟ ਦੇ ਬਾਰੇ 'ਚ ਸਰਚ ਕੀਤਾ ਜਾਂ ਕਿਸੇ ਸੌਫਟਵੇਅਰ ਦੇ ਬਾਰੇ 'ਚ ਸਰਚ ਕੀਤਾ, ਤਾਂ ਸਾਨੂੰ ਉਸੇ ਤਰ੍ਹਾਂ ਦੇ ਸੌਫਟਵੇਅਰ ਦੀਆਂ ਜਾਂ ਚਾਕਲੇਟ ਦੀਆਂ ਜੋ ਐਡਸ ਨੇ ਉਹ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਹੀ YouTube ਦੇ ਉੱਪਰ ਵੀ ਅਸੀਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਸਰਚ ਕਰਦੇ ਹਾਂ, ਉਹਦੇ ਨਾਲ ਮਿਲਦੀਆਂ ਜੁਲਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹੀ ਜੋ ਫਿਲਾਸਫੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਹੁੰਦੀ ਹੈ। ਜਿੱਦਾਂ ਦੇ ਇਨਸਾਨਾਂ ਦੇ ਲਈ ਅਸੀਂ ਸਰਚ ਕਰਦੇ ਹਾਂ, ਜਿੱਦਾਂ ਦੇ ਇਨਸਾਨਾਂ ਦੀ ਅਸੀਂ ਤਾਂਘ ਕਰਦੇ ਹਾਂ, ਭਾਲ ਕਰਦੇ ਹਾਂ, ਜਿਸ ਤਰ੍ਹਾਂ ਦੇ ਅਸੀਂ ਕੰਮ ਕਰਦੇ ਹਾਂ, ਉਹਦੇ ਨਾਲ ਮਿਲਦੇ ਜੁਲਦੇ ਹੀ ਇਨਸਾਨ ਵੀ ਸਾਨੂੰ ਮਿਲ ਪੈਂਦੇ ਨੇ। ਜੇਕਰ ਸਾਡੀ ਵਿਰਤੀ ਪ੍ਰਮਾਤਮਾ ਦੇ ਨਾਮ ਵੱਲ ਨੂੰ ਲੱਗੀ ਹੋਈ ਹੈ ਤਾਂ ਸਾਨੂੰ ਪ੍ਰਮਾਤਮਾ ਦੇ ਭਗਤ ਮਿਲਣਗੇ। ਜੇਕਰ ਸਾਡੀ ਵਿਰਤੀ ਮਾੜੇ ਕੰਮਾਂ ਵੱਲ ਨੂੰ ਲੱਗੀ ਹੋਈ ਹੈ ਤਾਂ ਮਾੜੇ ਕੰਮ ਕਰਨ ਵਾਲੇ ਲੋਕ ਵੀ ਸਾਨੂੰ ਜ਼ਰੂਰ ਮਿਲਣਗੇ। ਸੋ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸੋਚ ਅਖਤਿਆਰ ਕਰਨੀ ਹੈ, ਕਿਸ ਤਰ੍ਹਾਂ ਦੇ ਕਰਮ ਕਰਨੇ ਹਨ। ਸੋ ਇਹੀ ਭਾਵ ਸੀ ਇਹਨਾਂ ਪੰਕਤੀਆਂ ਦਾ। ਕਹਿੰਦੇ ਸਾਧ ਮਿਲੈ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਗ। ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕਹਿ ਲਾਗੋ ਪਾਏ। ਕਹਿੰਦੇ ਜਿਹੜੇ ਮਨੁੱਖ ਆਪਣਾ ਮਨ ਤੇ ਆਪਣਾ ਤਨ ਗੁਰੂ ਦੇ ਅੱਗੇ ਨਿਸ਼ਾਵਰ ਕਰਕੇ, ਗੁਰੂ ਨੂੰ ਸਮਰਪਿਤ ਕਰਕੇ ਗੁਰੂ ਤੋਂ ਸਹਿਜ ਸੁਭਾਅ ਲੈਂਦੇ ਨੇ, ਅਡੋਲਤਾ ਦੀ ਅਵਸਥਾ ਲੈਂਦੇ ਨੇ, ਨਾਨਕ ਉਹਨਾਂ ਦੇ ਪੈਰੀਂ ਲੱਗਦਾ ਹੈ, ਚਰਨੀ ਲੱਗਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 152ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਜਿਸ ਤਰ੍ਹਾਂ ਕਿ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਅਸੀਂ ਕਿਹਾ ਸੀ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਗੱਲ ਬਾਰੇ ਜਾਣਨ ਨੂੰ ਮਿਲੇਗਾ ਕਿ ਗੁਰੂ ਨਾਲ ਮਿਲਾਪ ਕਿਵੇਂ ਸੁਨਿਸ਼ਚਿਤ ਕੀਤਾ ਜਾਏ, ਕੀ ਕੀਤਾ ਜਾਏ ਕਿ ਸਾਨੂੰ ਗੁਰੂ ਮਿਲ ਪਏ। ਸੋ ਉਮੀਦ ਕਰਦਾ ਹਾਂ ਕਿ ਆਖਰੀ ਵਾਲੀਆਂ ਪੰਕਤੀਆਂ ਦੇ ਵਿੱਚ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਿ ਜਿੱਦਾਂ ਦੀ ਅਸੀਂ ਸੋਚ ਅਖਤਿਆਰ ਕਰਦੇ ਹਾਂ, ਜਿੱਦਾਂ ਦੇ ਇਨਸਾਨਾਂ ਦੇ ਪ੍ਰਤੀ ਅਸੀਂ ਸੋਚਦੇ ਹਾਂ, ਉਸੇ ਤਰ੍ਹਾਂ ਦੇ ਇਨਸਾਨ ਸਾਨੂੰ ਮਿਲ ਪੈਂਦੇ ਨੇ। ਜੇ ਗੁਰੂ ਦੇ ਬਾਰੇ ਸੋਚਾਂਗੇ, ਸਹਿਜ ਸੁਭਾਅ ਵਾਲੇ ਕੰਮ ਕਰਾਂਗੇ, ਚੰਗੇ ਕਰਮ ਕਰਾਂਗੇ, ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਗੁਰੂ ਵੀ ਜ਼ਰੂਰ ਮਿਲ ਜਾਏਗਾ ਤੇ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਦਾ ਬਲ ਵੀ ਸਾਨੂੰ ਜ਼ਰੂਰ ਮਿਲੇਗਾ। ਇਸੇ ਸੰਦੇਸ਼ ਦੇ ਨਾਲ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਵੀਡੀਓ ਨੂੰ ਅੱਗੇ ਵੀ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰਿਓ। ਗੁਰੂ ਦੀ ਬਾਣੀ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।